Still struggling to achieve desired band in IELTS or PTE? Join Sirsa's Best Institute, Magnus, a language school, and experience the difference. Ample amenities like finest infrastructure, experienced faculty to clear your doubts, flexible timings for students or employees, desired band assured within time as well as weekly mock tests. What are you waiting for? Book demo class today. Magnus Immigration and a Language School. First floor, Lal Koti Wali Gali near Domino's, Sirsa. Call now 700-967-0313. नमस्कार, मैं प्रमोद और आप देखना शुरू कर चुके हैं दी-सड़कनामा.com। इस वक्त मैं मौजूद हूं कालांवाली में और मेरे साथ कालांवाली के पूर्व विधायक हैं बलकौर सिंह। हम उनसे चर्चा करते हैं। विधायक जी, पहले बहुत बहुत स्वागत आपका। बहुत बहुत स्वागत ਤੁਹਾਡਾ ਵੀ ਜੋ दी-सड़कनामा.com ਦੇ ਮੈਨੂੰ ਪਤਾ ਲੱਗਿਆ ਵੀ 6 ਸਾਲ ਪੂਰੇ ਹੋ ਰਹੇ ਨੇ ਔਰ ਤੁਹਾਡੀ ਪੂਰੀ ਟੀਮ ਨੂੰ दी-सड़कनामा ਦੀ ਨੂੰ ਔਰ ਪੂਰੇ ਸਾਰੇ ਦਰਸ਼ਕ ਵੀਰਾਂ ਨੂੰ ਬਹੁਤ ਬਹੁਤ ਵਧਾਈ, ਸ਼ੁਭਕਾਮਨਾਵਾਂ। ਜੋ 6 ਸਾਲ ਦਾ ਸਫ਼ਰ ਰਿਹਾ, ਲੋਕਾਂ ਦੀ ਆਵਾਜ਼ ਉਠਾਉਣ ਦੇ ਵਿੱਚ ਹਰ ਇੱਕ ਥਾਂ ਤੇ ਖੜ੍ਹ ਕੇ ਲੋਕਾਂ ਦਾ ਸਾਥ ਦਿੱਤਾ ਹੈ, ਇਸ ਕਰਕੇ ਬਹੁਤ ਬਹੁਤ ਵਧਾਈ ਪੂਰੀ ਟੀਮ ਨੂੰ। धन्यवाद। सर, क्या कुछ कहना चाहेंगे? जिस तरह हाल ही में मुख्यमंत्री मनोहर लाल का जो है सिरसा का 2 दिवसीय कार्यक्रम था और हम इस पे पहले भी चर्चा कर रहे थे कि जिस तरह से कालांवाली पुलिस ज़िला बना है, जो अभी जो मामला चूँकि अभी बीच में ही है रोडी का और बड़ागुड़ा का, इसको लेकर के कुछ चर्चा हुई, क्या कुछ कहेंगे? सीएम साहब 2 ਦਿਨਾਂ ਦੇ ਦੌਰੇ ਦੇ ਉੱਤੇ ਜਨ ਸੰਵਾਦ ਕਰਕੇ ਔਰ ਖਾਸ ਕਰਕੇ ਮੈਂ ਕਹਾਂ ਤਾਂ ਜੋ ਨਸ਼ੇ ਦੇ ਖਿਲਾਫ ਪੂਰੇ ਚਿੰਤਤ ਨੇ ਸੀਐਮ ਸਾਹਿਬ ਵੀ ਜੋ ਮੈਂ ਕਰ ਸਕਦਾ, ਜੋ ਸਰਕਾਰੀ ਤੌਰ ਤੇ ਇੱਕ ਟੀਮ ਕਰ ਸਕਦੀ ਹੈ, ਮੁੱਖ ਮੰਤਰੀ ਕਰ ਸਕਦਾ ਹੈ, ਤਾਂ ਉਹਨਾਂ ਨੇ ਪੂਰੀ ਚਿੰਤਾ ਜ਼ਾਹਰ ਕਰਦਿਆਂ ਹੋਇਆਂ ਇੱਥੋਂ ਦਾ ਜਿਹੜਾ ਕਰਨਾਲ ਤੋਂ ਜਿਹੜੀ ਸਾਈਕਲੋਥਾਨ ਯਾਤਰਾ ਚੱਲੀ ਸੀ ਉਹਦੇ ਵਿੱਚ ਅਸੀਂ ਵੀ ਸ਼ਾਮਲ ਹੋਏ ਔਰ ਖਾਸ ਤੌਰ ਤੇ ਹਰਿਆਣੇ ਦੇ ਵਿੱਚ ਜੇ ਕੋਈ ਨਸ਼ੇ ਦੇ ਵਿੱਚ ਲਿਪਤ ਹੈ ਤਾਂ ਸਰਸਾ ਜ਼ਿਲ੍ਹਾ ਹੈ ਤੇ ਉਹਨਾਂ ਨੇ ਵੀ ਸਰਸਾ ਜ਼ਿਲ੍ਹਾ ਹੀ ਚੁਣਿਆ ਵੀ ਮੈਂ ਖੁਦ ਆਊਂਗਾ ਇੱਥੇ। ਤਾਂ ਉਹ ਆ ਕੇ ਸਾਈਕਲੋਥਾਨ ਦੀ ਯਾਤਰਾ ਨੂੰ ਇੱਥੋਂ ਹਰੀ ਝੰਡੀ ਦੇ ਕੇ ਗਏ ਔਰ ਉਹਨਾਂ ਨੇ ਜਨ ਸੰਵਾਦ ਵੀ ਕੀਤਾ ਜੋ ਕਿ ਪਿਛਲੇ ਹਰ ਵਿਧਾਨ ਸਭਾ 'ਚ ਚੱਲ ਰਿਹਾ ਔਰ ਸਰਸਾ ਦਾ ਜਨ ਸੰਵਾਦ ਬਹੁਤ ਵਧੀਆ ਰਿਹਾ। ਲੋਕਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਸਨ, ਲੋਕਾਂ ਦੀਆਂ ਜਿਹੜੀਆਂ ਉਮੀਦਾਂ ਸਨ, ਲੋਕਾਂ ਦੀਆਂ ਜੋ ਸੁਝਾਅ ਸਨ, ਉਹ ਮੁੱਖ ਮੰਤਰੀ ਜੀ ਕੋਲ ਪਹੁੰਚੇ ਨੇ ਔਰ ਮੁੱਖ ਮੰਤਰੀ ਜੀ ਵੀ ਸੰਤੁਸ਼ਟ ਹੋਏ ਨੇ ਔਰ ਕੁਛ ਜਿਹੜੀਆਂ ਜੋ ਪੈਨਸ਼ਨ ਦੀ ਸੀ, ਆਯੁਸ਼ਮਾਨ ਦੀ ਸੀ, ਕੁਛ ਸ਼ਿਕਾਇਤਾਂ ਸਨ ਫੈਮਿਲੀ ਏਡ ਦੀਆਂ ਸੀ, ਉਹ ਮੌਕੇ 'ਤੇ ਵੀ ਬਹੁਤ ਸਾਰੀਆਂ ਉਹ ਨਿਪਟਾ ਕੇ ਗਏ ਨੇ। ਤਾਂ ਜਿਹੜੀ ਚਿੰਤਾ ਤੁਸੀਂ ਕਰਦੇ ਹੋ ਵੀ ਪੁਲਿਸ ਜ਼ਿਲ੍ਹਾ ਡੱਬ ਵਾਲੀ ਬਣ ਗਿਆ, ਮੈਂ ਪਹਿਲਾਂ ਵੀ ਆਵਾਜ਼ ਉਠਾਈ ਸੀ ਔਰ ਸੀਐਮ ਸਾਹਿਬ ਨਾਲ ਵੀ ਇਹ ਗੱਲ ਹੋਈ, ਚਾਹੇ ਛੋਟੇ ਟਾਈਮ ਦੇ ਥੋੜ੍ਹੇ ਟਾਈਮ ਦੇ ਵਿੱਚ ਹੀ ਹੋਈ, ਪਰ ਮੇਰੀ ਗੱਲ ਵਧੀਆ ਹੋਈ। ਮੈਂ ਉਹਨਾਂ ਨੂੰ ਇਹ ਦਿੱਕਤ ਦੱਸੀ ਵੀ ਜੋ ਰੋਡੀ ਦਾ ਥਾਣਾ ਹੈ ਉਹ ਡੱਬ ਵਾਲੀ ਨੂੰ ਬੜਾ ਦੂਰ ਪੈਂਦਾ ਹੈ, ਬੜੀਆਂ ਦਿੱਕਤਾਂ ਆਉਣਗੀਆਂ, 70 ਕਿਲੋਮੀਟਰ ਜਾਣਾ ਔਰ 70 ਕਿਲੋਮੀਟਰ ਆਉਣਾ ਸਿਰਫ ਪੁਲਿਸ ਪ੍ਰਸ਼ਾਸਨ ਵਾਸਤੇ ਇਹ ਲੋਕਾਂ ਨੂੰ ਦਿੱਕਤ ਖੜੀ ਕਰਦਾ। ਤਾਂ ਤੁਸੀਂ ਕੋਈ ਨਾ ਕੋਈ ਇਸ ਦਾ ਸੋਲੂਸ਼ਨ ਜ਼ਰੂਰ ਨਿਕਾਲੋ। ਤਾਂ ਮੈਨੂੰ ਉਹਨਾਂ ਨੇ ਕਿਹਾ ਮੈਂ ਜਾ ਰਿਹਾ 1-2 ਦਿਨਾਂ ਤੱਕ ਚੰਡੀਗੜ੍ਹ, ਤਾਂ ਉੱਥੇ ਫਿਰ ਉਹਨਾਂ ਨਾਲ ਵਿਚਾਰ ਕਰੂੰਗਾ ਵੀ ਆਪਾਂ ਬੈਠ ਕੇ ਇਸ ਦੇ ਵਿੱਚ ਕੋਈ ਨਾ ਕੋਈ ਹੱਲ ਜ਼ਰੂਰ ਕੱਢਾਂਗੇ। सर, क्या कुछ कहना चाहेंगे? जिस तरह से पुलिस ज़िला बनाया गया है, अभी रोडी में आपने देखा कि किस तरह से गांव के लोगों ने एकत्रित होकर के बड़ा फैसला लिया कि कोई चिट्टा बेचेगा तो 1 लाख रुपए जुर्माना है, उसका सामाजिक बहिष्कार की। इस तरह के जो फैसले हैं वो जो आप किस नज़र से देखते हैं? हालांकि जो है पहले भी इस तरह की मुहिम है वो चलाई जा रही थी कि जिस तरह के जो नशे करने वाले जो लोग हैं उनका सामाजिक बहिष्कार किया जाए, लेकिन सार्वजनिक तौर पे जो है बड़ा फैसला है वो रोडी ने लिया। हालांकि कालांवाली क्षेत्र का बड़ा गांव है। ਬਹੁਤ ਵਧੀਆ, ਮੈਂ ਤਾਂ ਸਮਝੂੰਗਾ ਜੀ ਬਹੁਤ ਵਧੀਆ ਫੈਸਲਾ ਹੈ, ਕਿਉਂਕਿ ਜਿੰਨਾ ਦੇਰ ਤੱਕ ਜਨ ਜਾਗਰਤੀ ਨਹੀਂ ਆਏਗੀ, ਲੋਕ ਜਾਗਰੂਕ ਨਹੀਂ ਹੋਣਗੇ, ਲੋਕ ਇਹਦੇ ਖਿਲਾਫ ਖੜੇ ਨਹੀਂ ਹੋਣਗੇ। ਦੇਖੋ ਪੁਲਿਸ ਨੇ ਕੋਈ ਚਿੱਟੇ ਵਾਲਾ ਕੋਈ ਫੜ ਲਿਆ, ਉਹਦੇ ਖਿਲਾਫ ਕੋਈ ਕਾਰਵਾਈ ਕਰਤੀ, ਉਹ 2-4 ਮਹੀਨੇ ਬਾਅਦ, 6 ਮਹੀਨਿਆਂ ਬਾਅਦ, ਸਾਲ ਬਾਅਦ ਉਹ ਵਾਪਸ ਆ ਜਾਊਗਾ। ਤਾਂ ਮੈਂ ਸਮਝਦਾ ਜੇ ਲੋਕ ਜਾਗਰੂਕ ਹੁੰਦੇ ਹੈ ਤਾਂ ਦੇਖੋ ਸਰਕਾਰ ਜਿੰਨਾ ਕਰ ਰਹੀ ਹੈ, ਸਰਕਾਰ ਨੇ ਬਹੁਤ ਸਾਰੀ ਜਿਹੜੀਆਂ ਪ੍ਰੋਪਰਟੀ ਜਿਹੜੀਆਂ ਅਟੈਚ ਕੀਤੀਆਂ ਨੇ ਔਰ ਉਹਨਾਂ 'ਤੇ ਕਾਰਵਾਈ ਵੀ ਹੋਈ ਹੈ। ਜਿਹੜੇ ਉਹ ਗੈਂਗਸਟਰ ਜਾਂ ਤਸਕਰ ਜਿਨ੍ਹਾਂ ਦੇ ਉੱਤੇ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੀ ਹੁੰਦੀ ਹੈ ਨਾ ਜੀ, ਉਹ ਇਹ ਹੁੰਦੀ ਹੈ ਵੀ ਜਿਹੜਾ ਤਸਕਰ ਹੁੰਦਾ ਉਹ ਕਾਹਦੇ ਲਈ ਕਰਦਾ? ਪੈਸਾ ਕਮਾਉਂਦਾ, ਜਾਇਦਾਦ ਬਣਾਉਂਦਾ। ਤਾਂ ਜਿਹੜੀ ਜਾਇਦਾਦ ਨੂੰ ਹੱਥ ਪਾਇਆ ਸਰਕਾਰ ਨੇ, ਮੈਂ ਕਹਿੰਦਾ ਬਹੁਤ ਵੱਡੀ ਕਾਰਵਾਈ ਹੈ। ਕਿਉਂ ਜਾਇਦਾਦ ਚਲੀ ਜਾਂਦੀ ਹੈ ਤਾਂ ਫਿਰ ਇਹ ਥੋੜ੍ਹਾ ਜਿਹਾ ਬਹੁਤ ਜ਼ਿਆਦਾ ਡਿਸਟਰਬ ਹੁੰਦੇ ਨੇ ਜਿਹੜੇ ਗੈਂਗਸਟਰ ਨੇ ਜਾਂ ਕੋਈ ਤਸਕਰ ਨੇ। ਤਾਂ ਮੈਂ ਕਹਿੰਦਾ ਬਹੁਤ ਵੱਡੀ ਕਾਰਵਾਈ ਹੈ ਔਰ ਜਿਹੜੇ ਪਿੰਡ ਜਾਗਰੂਕ ਹੋਏ ਨੇ, ਮੈਂ ਵਧਾਈ ਦਿੰਦਾ ਸਾਰੇ ਰੋਡੀ ਪਿੰਡ ਦੇ ਸਰਪੰਚ ਸਾਹਿਬ, ਸਾਬਕਾ ਸਰਪੰਚ, ਪੂਰੇ ਪਿੰਡ ਜਿਹੜਾ ਇਸ 'ਤੇ ਇਕਜੁੱਟ ਹੋ ਕੇ ਇਸ ਦੇ ਖਿਲਾਫ ਖੜਾ ਹੋਇਆ
ਤਾਂ ਮੈਥੋਂ ਵੀ ਜੋ ਕੋਈ ਮਦਦ ਮੰਗਣਗੇ ਤਾਂ ਮੈਂ ਇਸ ਦੇ ਖਿਲਾਫ ਉਹਨਾਂ ਦੇ ਨਾਲ ਮੋਢਾ ਲਾ ਕੇ ਖੜੂੰਗਾ। ਜਨ ਜਾਗਰਤੀ ਜਦੋਂ ਹੁੰਦੀ ਹੈ ਤਾਂ ਜਨ ਜਾਗਰਤੀ ਤਾਂ ਦੇਖੋ ਮੁਗਲਾਂ ਦੇ ਖਿਲਾਫ ਖੜੀ ਹੋਈ, ਉਖਾੜ ਕੇ ਮਾਰਤੇ, ਜੇ ਅੰਗਰੇਜ਼ਾਂ ਦੇ ਖਿਲਾਫ ਖੜੀ ਹੋਈ ਤਾਂ ਫੈਂਕ ਤੇ ਹਿੰਦੁਸਤਾਨ ਆਜ਼ਾਦ ਹੋ ਗਿਆ। ਤਾਂ ਮੈਂ ਕਹਿੰਦਾ ਵੀ ਜਨ ਜਾਗਰਤੀ ਦਾ ਕੋਈ ਵੀ ਵੱਡੇ ਤੋਂ ਵੱਡਾ ਮਸਲਾ ਜਿਹੜਾ ਉਹ ਜਦੋਂ ਉੱਠਦੀ ਹੈ ਤਾਂ ਉਹ ਇੱਕ ਕ੍ਰਾਂਤੀ ਬਣ ਜਾਂਦੀ ਹੈ। ਤਾਂ ਉਹ ਕ੍ਰਾਂਤੀ ਬਣੂਗੀ तो साढ़े जोड़े हल्के नूं नशे तो रहत असीं कर सकांगे। जिस तरह से आपने गैंगस्टर की बात कही है, लेकिन हालांकि जो इलाका पंजाब की सीमा से जुड़ा हुआ है यहाँ पे ऐसा पहले कभी भी नहीं देखा गया, लेकिन अब पिछले ये कहूँगा कि कुछ महीनों से जैसे सिद्धू मूसेवाला का जो मर्डर हुआ उसके जो कई गैंगस्टर है वो उनका जो नाता है वो कालांवाली से रहा। पिछले दिनों भी डबल मर्डर हुआ जिसमें NIA की टीम ने भी छापेमारी करी। आपको क्या लगता है कि कालांवाली अनसेफ होता जा रहा है, आम लोग हैं उनमें भय है, इसको जो है ये कैसे दूर हो? नहीं ऐसी गल नहीं है भी अनसेफ है। देखो ये बिल्कुल जायज़ है तुहाडी गल भी जिहड़ा बॉर्डर दे एरिए दे होण करके थोड़ा जिहा इत्थे नशे दा और छोटे छोटे गैंगस्टर दा जिहड़ा कि वो प्रभाव वधदा है। ਤਾਂ ਸਰਕਾਰ ਦਾ देखो थोड़े दिन पहला एक मेरे मंडी ਦੇ ਵਪਾਰੀ ਨੂੰ एक ਫਰੌਤੀ ਦੇ ਤੌਰ ਤੇ 50 ਲੱਖ ਰੁਪਈਆ ਮੰਗਿਆ ਤੇ ਪੁਲਿਸ ਨੇ फटाफट कार्रवाई करदे हैं उसनूं सामने लिआंदा, लोगों के सामने लिआंदा और अज वो बंदा कानून की गिरफ्त च है। तो मैं कहना कार्रवाई वालों कोई दिक्कत नहीं है, सरकार वालों सरकार फौरी तौर पर उस पर एक्शन लैंदी है और जदों तक वो कार्रवाई ते पूरी ते नहीं उतरदी उदों तक वो चैन नाल नहीं बैठदी। मैं कहना बहुत वधिया बधाई है पुलिस प्रशासन नूं पूरे नूं कि उन्होंने ये फौरी तौर पर जिहड़ा इसदा समाधान कीता और ठीक है। जो बॉर्डर का एरिया उत्थे ये थोड़ियां दिक्कतां रहिंदियां ना, पर सरकार वालों कोई ढिल नहीं है। जिथे असी कोई जाके देखो मैं तुहानूं ये चैनल के उत्ते सीधे तौर पर नहीं दस सकदा, कई गल्लां ऐसियां होंदियां कानून के पेचीदे च भी मैं नहीं दस सकदा, पर साडियां जिहड़ियां CM साहब नाल गल्लां होईयां वो बहुत बड़ा एक्शन है जिहड़ा सरकार लैण जा रही है। बाकी सर कालांवाली में क्या कुछ चल रहा है अभी? हालांकि विधायक हैं वो कांग्रेस के हैं, लेकिन अब अगले साल चूँकि चुनाव है, अब कुछ कामकाज सरकार ने निगाहें हैं कालांवाली पे कि कामकाज हो रहा है कुछ? नहीं देखो मैनू CM साहब जो हुण आ के गए ने उदों भी और पहलां भी मेरे 30 करोड़ के काम जिहड़े कि सिर्फ फंड जारी होना है और बहुत सारे काम मेरे पहलां भी आए ने जो मैं कहे वो कल भी 2-3 काम ऐसे आए ने। देखो काम करना सबका साथ सबका विकास के तौर पर काम कर रही है सरकार। जिवें देखो कांग्रेस ने तो अपना इक्को एजेंडा उन्हां दा, तां कांग्रेस का जिहड़ा विधायक है वो एक कोने ते जाके नींह पत्थर रखा होंदा, दूजे कोने ते आके कहंदा सरकार कुछ नहीं कर रही। देखो एडा वड्डा झूठ भी नाल दी नाल वो जिहड़ा कि नींह पत्थर रखे जा रहे हैं, नाल दी नाल सरकार नूं जिहड़ा कि वो गलत कह रहे। पर सरकार का बहुत वड्डा दिल है ये जिहड़ा कि असी हर एक विधायक नूं सरकार ने 5-5 करोड़ रुपया जिहड़ा दित्ता है, उहदे तहत काम कीते ने। लोग सरकार ये समझदी है कि काम लोकां दे ने, लोग साडे ने। हरियाणवी एक के तहत जिहड़ा भी काम कोई लैके जांदा है CM साहब किसी नूं जवाब नहीं दिंदे। मेरे काम भी बहुत सारे ऐसे गए ने, चाहे खालां दे होण, गलियां दे होण, धर्मशालावां दे होण, बहुत सारे काम ऐसे जिहड़े कि पूरे हो चुके हैं और पैसे आने वाले ने। सर जो मनोहर लाल वन सरकार की हम बात करें तो उसमें जिस तरह से राजेंद्र देशमुख जो पहले BJP में होते थे, उन्होंने कहा कि मैंने कालांवाली में जो सैकड़ों करोड़ रुपए लगवाए, काफ़ी जो चीज़ों की ज़रूरत थी, जो धरने होते थे, प्रदर्शन होते थे, वो कालांवाली में बंद हो गए। लेकिन उस रफ्तार से इन जो है 4 सालों में काम नहीं हुआ। नहीं काम पहला भी बहुत होया, यह जी गल नहीं। मैं विधायक सी, मैं भी बहुत ज़्यादा करवाए ने, सरकार ने बहुत ज़्यादा काम किए ने पहला जिथे जिथे भी कोई जाता। पर थोड़ा जिहा हुण गाइडलाइन चेंज हुई है, काम उस रफ्तार ना हो रहे ने, काम नहीं है रुके भी काम, पर हुण थोड़ी जी रफ्तार ऐसी है भी काम गाइडलाइन के अनुसार ये काम ये डिपार्टमेंट कर सकता है। काम BJP में काम ज़्यादा या गठबंधन में है उसका कोई फर्क नहीं ऐसी कोई गल नहीं है। ਕੰਮ ਤਰੀਕੇ ਨਾਲ ਜਿਹੜਾ ਕਰਵਾਉਣਾ ਚਾਹੋ ਐਸੀ ਹੈ। ਤੁਸੀਂ ਦੇਖੋ ਇਹੋ ਜਿਹੀਆਂ ਸ਼ਿਕਾਇਤਾਂ ਗਈਆਂ ਨੇ CM ਸਾਹਿਬ ਨੂੰ ਵੀ ਇੱਕ ਸੜਕ 5-5 ਵਾਰੀ ਬਣ ਗਈ ਔਰ ਇੱਕ ਸੜਕ ਐਸੀ ਹੈ ਜਿਹੜਾ ਕਿ ਵਿਰੋਧੀ ਹੈ, ਮੰਨ ਲਓ ਮੈਨੂੰ ਵੋਟ ਨਹੀਂ ਪਾਈ ਕਿਸੇ ਨੇ, ਉਹ ਵਿਚਾਰਾ 10 ਸਾਲਾਂ ਤੋਂ 15 ਸਾਲਾਂ ਤੋਂ 20 ਸਾਲਾਂ ਤੋਂ ਕੱਚੇ 'ਚ ਹੀ ਰਹਿ ਰਿਹਾ ਵੀ ਮੇਰੀ ਸੜਕ ਨਹੀਂ ਬਣ ਰਹੀ। ਉਹ ਸਰਕਾਰ ਨੇ ਥੋੜ੍ਹੀ ਜਿਹੀ ਤਰਤੀਬ ਦੇ ਨਾਲ, ਤਰੀਕੇ ਦੇ ਨਾਲ, ਇੱਕ ਸਿਸਟਮ ਦੇ ਨਾਲ ਜਿਹੜੀਆਂ ਸੜਕਾਂ ਬਣਾਉਣੀਆਂ ਸ਼ੁਰੂ ਕੀਤੀਆਂ। तो मैं कहना कोई ऐसी गल नहीं भी पिछली बारी ठीक है, पिछले बारी ये लगता सी क्योंकि पिछले 10 सालों तो हुड्डा सरकार च एक पैसा भी इस इलाके च नहीं सी आया। तो जदों ये मनोहर लाल की सरकार आई है उन्होंने बहुत सारा पैसा दिता तो लोगों को ये लगा भी बहुत ज़्यादा काम हो भी रहे सी, पर वो लगातार जिन्ना चਿਰ ਚੱਲਣਗੇ तो लोगों को ये लगता भी हुण स्लो हो गए। नहीं स्लो नहीं हुए, तरीके नाल काम हो रहे हैं। अंतिम सवाल मेरा, लोकसभा चुनाव पहले होंगे और ये भी चर्चा चल रही है कि BJP है वो पगड़ीधारी उम्मीदवार है, उसकी तलाश में है, वो तलाश बलकौर सिंह तक आकर के ख़त्म हो सकती है। हाँ कोई तो पार्टी का काम है जी, मैं तो एक पार्टी का वर्कर है
ਔਰ ਪਾਰਟੀ ਜਿੱਥੇ ਸੇਵਾ ਲੈਣੀ ਚਾਹੂਗੀ, ਜੇ ਐਮਐਲਏ ਦਾ ਵੀ ਨਹੀਂ ਆਖੂਗੀ ਨਹੀਂ ਲੜੂੰਗਾ ਤਾਂ ਵੀ ਕੋਈ ਨਹੀਂ, ਜੇ ਐਮਪੀ ਦਾ ਆਖੂਗੀ ਲੜ ਲਾ ਤਾਂ ਵੀ ਲੜ ਲੂੰਗਾ। ਜੋ ਪਾਰਟੀ ਨੂੰ ਜ਼ਰੂਰਤ ਹੈ ਜਿੱਥੇ ਉੱਥੇ ਜਿੱਥੇ ਮੈਨੂੰ ਫਿੱਟ ਕਰਨਾ ਚਾਹੁੰਦੀ, ਜਿੱਥੇ ਉਹ ਸੇਵਾ ਲੈਣੀ ਚਾਹੁੰਦੀ ਹੈ ਲੋਕਾਂ ਦੀ, ਮੈਂ ਉੱਥੇ ਤਿਆਰ ਹਾਂ ਜੀ, ਕੋਈ ਇਹੋ ਜਿਹੀ ਨਹੀਂ ਗੱਲ। ਪਰ ਮੈਂ ਇਹ ਚਾਹੁੰਦਾ ਵੀ ਪਾਰਟੀ ਦੇ ਵਿੱਚ ਰਹਿ ਕੇ ਜਿੰਨਾ ਕੰਮ ਮੈਂ ਕਰ ਰਿਹਾ ਔਰ ਉਸ ਤਰੀਕੇ ਦੇ ਨਾਲ ਪਾर्टी ਨੂੰ देखना है, पार्टी ने की करना है। धन्यवाद। तो ये थे हमारे साथ पूर्व विधायक बलकौर सिंह। लगातार हमारे साथ बने रहिए और इस वीडियो को आप ज़्यादा से ज़्यादा शेयर जरूर कर दीजिए। पूरी वीडियो को देख करके अगर आपके कोई सवाल है तो अभी कमेंट सेक्शन में अपना सवाल ज़रूर लिख भेजिए। बहुत बहुत शुक्रिया।